ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਭਾਵੇਂ ਪ੍ਰਧਾਨ ਮੰਤਰੀ ਹੋਵੇ, ਮੁੱਖ ਮੰਤਰੀ ਹੋਵੇ, ਮੰਤਰੀ ਹੋਵੇ ਜਾਂ UPSC ਰਾਹੀਂ ਆਇਆ ਕੋਈ ਬਿਊਰੋਕਰੇਟ ਹੋਵੇ, ਬਿਲਕੁਲ ਉਹ ਸੰਵਿਧਾਨ ਤੋਂ ਵੀ ਪਹਿਲਾਂ ਸਹੁੰ ਰੱਬ ਦੇ ਨਾਂ ਦੀ ਚੱਕਦਾ। ਹਾਂ, ਔਰ ਜਿਹੜੀ ਸਹੁੰ ਚੁੱਕੀ ਜਾਂਦੀ ਹੈ ਉਹ ਹੁੰਦੀ ਇਨ ਦਾ ਨੇਮ ਆਫ ਦਾ ਗॉड, ਮਤਲਬ ਰੱਬ ਜਾਂ ਉਹਦਾ ਆਪਣਾ ਇਸ਼ਟ ਸਭ ਤੋਂ ਪਹਿਲਾਂ ਉਹਦੇ ਧਰਮ ਅਨੁਸਾਰ ਜਿਹਨੂੰ ਉਹ ਮੰਨਦਾ ਜੀ, ਉਹ ਸਭ ਤੋਂ ਸੁਪਰੀਮ। ਬਿਲਕੁਲ। ਇਹ ਸਾਡੇ ਲਈ ਇਸ ਵੇਲੇ ਇੱਕ ਐਸਾ ਸੰਕਟ ਪਿਆ ਜਿਹਦੇ ਵਿੱਚ ਸਾਰੇ ਬੰਨਿਓ ਕਹਿ ਰਹੇ ਆ ਕਿ ਸਿਆਸਤ ਹੋ ਰਹੀ ਜੀ, ਪਰ ਕੁੱਲ ਮਿਲਾ ਕੇ ਵੇਖਿਆ ਇੰਜ ਲੱਗਦਾ ਹੈ ਜਿਵੇਂ ਧੋਖਾ ਹੋ ਰਿਹਾ। ਬਿਲਕੁਲ ਸਹੀ ਗੱਲ। ਇੰਜ ਲੱਗਦਾ ਹੈ ਕਿ ਜਿਵੇਂ ਆਸਥਾ ਨੂੰ ਲੈ ਕੇ ਅਸੀਂ ਮਹਿਜ ਮੱਥੇ ਟੇਕਣ ਤੱਕ ਸੀਮਤ। ਬਿਲਕੁਲ ਸਹੀ ਗੱਲ। ਐਵੇਂ ਦਿਖਾਵਾ ਹੈ। ਲੇਕਿਨ ਸਵਾਲ ਤੇ ਇਹ ਵੀ ਹੈ ਨਾ ਕਿ ਜਦੋਂ ਖੁਦ ਅਦਾਲਤਾਂ ਦੇ ਵਿੱਚ ਵੀ ਕੋਈ ਬਿਆਨ ਦੇਣ ਜਾਂਦਾ, ਉਹਨੂੰ ਕਿਹਾ ਜਾਂਦਾ ਕਿ ਆਪਣੇ ਧਰਮ ਗ੍ਰੰਥ ਦੇ ਉੱਤੇ ਹੱਥ ਰੱਖ ਕੇ ਸਹੁੰ ਖਾਓ ਕਿ ਜੋ ਕਹੋਗੇ ਸੱਚ ਕਹੋਗੇ, ਸੱਚ ਤੋਂ ਸਿਵਾ ਕੁਛ ਨਹੀਂ ਕਹੋਗੇ। ਮਾਣਯੋਗ ਹਾਈ ਕੋਰਟ ਵੱਲੋਂ ਆਏ ਫੈਸਲੇ ਤੋਂ ਬਾਅਦ, ਰਿਟਨ ਜੱਜਮੈਂਟ ਤੋਂ ਬਾਅਦ ਹਰੇਕ ਨੇ ਆਪਣਾ ਪੱਖ ਰੱਖਿਆ, ਲੇਕਿਨ ਉੱਭਰਵਾਂ ਸਵਾਲ ਕਿ ਹੁਣ ਪੰਜਾਬ ਦੇ ਵਿੱਚ ਕੀ ਕੋਈ ਐਸੇ ਲੋਕ ਬਚੇ ਆ ਜਿਨ੍ਹਾਂ ਨੇ ਸਹੁੰ ਤਾਂ ਇਸ਼ਟ ਦੇ ਨਾਂ ਦੀ ਚੁੱਕੀ ਹੋਵੇ। ਮੇਰਾ ਮਤਲਬ ਕਿ ਪੁਲਿਸ ਫੋਰਸ ਵਿੱਚ ਕੋਈ ਐਸਾ ਅਫਸਰ ਬਚਿਆ ਜਿਹੜਾ ਇਹ ਕਹੂ ਕਿ ਨਾ ਇੱਧਰ ਦੀ ਨਾ ਉੱਧਰ ਦੀ, ਬਿਲਕੁਲ ਨਾ ਸੱਤਾ ਦੀ ਨਾ ਸੱਤਾ ਤੋਂ ਬਾਹਰ ਬੈਠਿਆਂ ਦੀ, ਤੇ ਨਾ ਪੱਖਪਾਤ, ਗੱਲ ਸਿਰਫ ਇਨਸਾਫ ਦੀ। ਬਿਲਕੁਲ ਸਹੀ ਗੱਲ। ਤੇ ਜਦੋਂ ਹਰ ਅੱਗੇ ਆਉਣ ਵਾਲੇ ਸ਼ਖਸ ਨੂੰ, ਚਾਹੇ ਉਹ ਕਿੰਨੀ ਉੱਚੇ ਰੁਤਬੇ ਦੇ ਹੋਵੇ, ਜਦੋਂ ਇਹ ਨਜ਼ਰ ਆਏਗਾ ਕਿ ਜਿਹੜੇ ਮੇਰੇ ਤੋਂ ਪਹਿਲਾਂ ਲੋਕ ਆਏ ਨੇ ਅੱਗੇ, ਜਿਵੇਂ ਕੁੰਵਰ ਵਿਜੇ ਪ੍ਰਤਾਪ, ਉਹਨਾਂ ਨੂੰ ਕੀ ਤਗਮਾ ਲਾ ਕੇ ਭੇਜਿਆ ਗਿਆ। ਜਦੋਂ ਜੱਜਮੈਂਟ ਦੇ ਵਿੱਚ ਬਹੁਤ ਸਾਰੇ ਪੱਖ ਸਪਸ਼ਟ ਕਰਤੇ ਹੋਣ, ਜਦੋਂ ਬਹੁਤ ਸਾਰੇ ਮਸਲਿਆਂ ਦੇ ਉੱਤੇ ਟਿੱਪਣੀਆਂ, ਇੱਕ ਤਰ੍ਹਾਂ ਨਾਲ ਡਾਇਰੈਕਸ਼ਨ, ਇੱਕ ਤਰ੍ਹਾਂ ਨਾਲ ਲੀਹਾਂ ਤਰਜੀਹਾਂ ਦੇਤੀਆਂ ਹੋਣ, ਬਿਲਕੁਲ ਉਦੋਂ ਰਾਹ ਕੀ ਬਚਦਾ? ਜਦੋਂ ਇਹ ਲਿਖ ਦਿੱਤਾ ਜਾਵੇ, ਇਹ ਸੁਣਾ ਦਿੱਤਾ ਜਾਵੇ ਫੈਸਲਾ ਕਿ ਗੱਲ ਤੇ ਮਾਮੂਲੀ ਸੀ, ਚਾਹੇ ਗਲਤੀ ਪੁਲਿਸ ਦੀ, ਚਾਹੇ ਰੋਸ ਪ੍ਰਗਟ ਕਰਨ ਵਾਲਿਆਂ ਦੀ, ਲੇਕਿਨ ਉਹਨੂੰ ਧਰਮ, ਸਿਆਸਤ ਤੇ ਪ੍ਰਸ਼ਾਸਨ ਦੇ ਦਰਮਿਆਨ ਉਲਝਾ ਦਿੱਤਾ ਗਿਆ। ਲੇਕਿਨ ਤੁਸੀਂ ਇਹ ਕਿਉਂ ਭੁੱਲ ਜਾਂਦੇ ਹੋ ਕਿ ਕਈ ਜਗ੍ਹਾ ਇੱਕ ਸ਼ਬਦ ਕਥਿਤ ਵਰਤਿਆ, ਅਲੈਜਡ, ਇਹਨੂੰ ਕਥਿਤ ਹੀ ਕਹੋਗੇ? ਕਥਿਤ। ਹੁਣ ਇਹ ਤਾਂ ਹੁੰਦਾ ਹੈ ਕਿ ਕੋਈ ਅਕਿਊਜ਼ਡ, ਜਿਹੜਾ ਜਿਹਨੂੰ ਅਜੇ ਸਜ਼ਾ ਨਹੀਂ ਹੋਈ, ਬਿਲਕੁਲ, ਉਹਨੂੰ ਦੋਸ਼ੀ ਕਹਿੰਦੇ ਨੇ। ਔਰ ਇਹਦੇ ਤੇ ਵੀ ਥੋੜਾ ਜਿਹਾ ਫਰਕ। ਤੁਸੀਂ ਕਦੇ ਵੀ ਕਿਸੇ ਪੁਲਿਸ ਦੀ ਪ੍ਰੈਸ ਕਾਨਫਰੰਸ ਸੁਣੋ, ਭਾਵੇਂ ਉਸ ਸ਼ਖਸ ਨੂੰ ਦੋਸ਼ੀ ਅਦਾਲਤ ਨੇ ਕਰਾਰ ਦੇਣਾ ਹੁੰਦਾ ਉਹਦੇ ਗੁਨਾਹ ਲਈ, ਲੇਕਿਨ ਜਦੋਂ ਵੀ ਕੋਈ ਵੱਡੇ ਤੋਂ ਵੱਡਾ ਪੁਲਿਸ ਅਧਿਕਾਰੀ ਵੀ ਪ੍ਰੈਸ ਕਾਨਫਰੰਸ ਕਰਦਾ, ਕਹਿੰਦਾ, ਦਾਅਵਾ ਕੀਤਾ ਜਾਂਦਾ ਕਿ ਅਸੀਂ ਇਸ ਇੰਨੇ ਦੋਸ਼ੀ ਫੜ ਲਏ ਗਏ, ਹਾਲਾਂਕਿ ਉਹਨਾਂ ਦਾ ਦੋਸ਼ ਸਾਬਤ ਨਹੀਂ ਹੋਇਆ ਹੁੰਦਾ। ਲੇਕਿਨ ਇੱਥੇ ਜਦੋਂ ਵਿਅਕਤੀਆਂ ਦੇ ਬਾਰੇ ਤੇ ਕਹੋਗੇ ਜੀ ਕਿ ਜਿਨ੍ਹਾਂ ਤੇ ਦੋਸ਼ ਲੱਗਿਆ, ਅਜੇ ਸਜ਼ਾ ਨਹੀਂ ਹੋਈ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਥਿਤ, ਅਲੈਜਡ, ਕਥਿਤ, ਇਹੀ ਕਹੋਗੇ ਕਥਿਤ। ਬਿਲਕੁਲ ਕਥਿਤ ਦੋਸ਼ੀ ਜਿਨ੍ਹਾਂ ਦੇ ਬਾਰੇ ਫੈਸਲਾ ਹੋਣਾ। ਲੇਕਿਨ ਜਦੋਂ ਤੁਸੀਂ ਘਟਨਾਵਾਂ ਨੂੰ ਹੀ ਕਥਿਤ ਕਹੋਗੇ, ਮੈਂ ਕਈ ਜਗ੍ਹਾ ਜੱਜਮੈਂਟ 'ਚ ਇਹ ਪੜ੍ਹਿਆ, ਪਹਿਲਾ ਹੀ ਪੈਰਾ ਆ, ਉਹਦੇ 'ਚ ਲਿਖਿਆ ਕਿ 3 ਅਲੈਜਡ ਘਟਨਾਵਾਂ, ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਮਤਲਬ ਜੇ ਹੈ ਹੀ ਕਥਿਤ ਆ, ਇਹਦਾ ਮਤਲਬ ਸਾਬਤ ਨਹੀਂ ਹੋਈਆਂ। ਜੇ ਮਰੇ ਜਿਹੜੇ ਉਹ ਸਾਬਤ ਮਰੇ ਹੈ ਕਿ ਨਹੀਂ, ਕਥਿਤ ਮਤਲਬ ਅਜੇ ਉਹ ਸ਼ੱਕੀ ਨੇ। ਇਹਦਾ ਮਤਲਬ ਤਾਂ ਇਹੀ ਨਾ ਕਿ ਅਜੇ ਫਾਈਨਲ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਮਰੇ ਵੀ ਕਿ ਨਹੀਂ ਮਰੇ। ਇਹ ਕਥਿਤ ਨੂੰ ਤਾਂ ਐਂ ਕਹਿੰਦੇ। ਬਿਲਕੁਲ। ਲੇਕਿਨ ਸਵਾਲ ਤਾਂ ਫਿਰ ਇਹੋ ਹੀ ਆ ਕਿ ਆਖਰ ਜਿਹੜਾ ਵੀ ਸ਼ਖਸ ਤੁਹਾਡੇ ਕੋਲ ਆਪਣਾ ਅਪੀਲ ਲੈ ਕੇ ਆਇਆ, ਉਹ ਕਿਸ ਬਿਨਾਂ ਦੇ ਉੱਤੇ ਤੁਹਾਡੇ ਕੋਲ ਆਇਆ? ਸਿੱਧਾ ਕੋਈ ਨਹੀਂ ਆ ਸਕਦਾ। ਅਕਸਰ ਬਹੁਤ ਜ਼ਿਆਦਾ ਵਾਰ ਜਦੋਂ ਤੁਸੀਂ ਵਿਚਾਰ ਕਰੋਗੇ, ਕੱਲ ਨੂੰ ਕੋਈ ਇਹ ਪੁੱਛੇ ਤੁਹਾਨੂੰ, ਜਿੱਦਾਂ ਸਾਡੇ ਪੋਤੇ ਪੋਤਰੀਆਂ ਗਾ ਪੁੱਛਦੇ ਨੇ ਕਿ ਅੱਜ ਕੀ ਦਿਨ ਹੈ, ਤੁਸੀਂ ਕਹਿੰਦੇ ਹੋ ਕਿ ਅੱਜ ਦੇ ਦਿਨ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ। ਅਗਲਾ ਸਵਾਲ ਆਉਂਦਾ ਕਿ ਕਿਉਂ ਹੋਇਆ ਸੀ? ਫਿਰ ਦੱਸਣਾ ਪੈਂਦਾ ਕਿ 2 ਸਿੱਖਾਂ ਨੇ ਇੰਦਰਾ ਗਾਂਧੀ ਜਿਹੜੀ ਪ੍ਰਧਾਨ ਮੰਤਰੀ ਸੀ ਉਹਨੂੰ ਮਾਰ ਦਿੱਤਾ। ਅਗਾਂਹ ਫਿਰ ਸਵਾਲ ਹੈ ਕਿ ਉਹਨੂੰ ਕਿਉਂ ਮਾਰਿਆ ਗਿਆ ਸੀ?
ਸਿੱਖਾਂ ਨੇ ਉਹਨੂੰ ਹੀ ਕਿਉਂ ਮਾਰਿਆ। ਫਿਰ ਦੱਸਣਾ ਪੈਂਦਾ ਕਿ ਜੂਨ 84 ਚ ਦਰਬਾਰ ਸਾਹਿਬ ਤੇ ਫੌਜ ਭੇਜੀ ਗਈ ਸੀ ਜੀ। ਬੱਚਾ ਫਿਰ ਪੁੱਛ ਲੈਂਦਾ, ਕਿਉਂਕਿ ਹੁਣ ਉਹ ਬੱਚੇ ਸਾਡੇ ਵਰਗੇ ਨਹੀਂ ਆ ਕਿ ਜੋ ਬਾਪ ਨੇ ਕਹਿਤਾ ਤੇ ਬਸ ਉਹ ਅਗਾਂਹ ਸਵਾਲਦਾਰ ਸਵਾਲ ਹੈ। ਫਿਰ ਦੱਸਣਾ ਪੈਂਦਾ ਕਿ ਜੂਨ 84 ਫੌਜੀ ਹਮਲਾ ਕਿਉਂ, ਕਿਉਂਕਿ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਛੇੜਿਆ ਹੋਇਆ ਸੀ, ਜਿਹਨੂੰ ਖਤਮ ਕਰਨ ਲਈ ਇਹ ਸਾਰਾ ਕਾਰਨਾਮਾ ਹੋਇਆ। ਹੁਣ ਤੁਸੀਂ ਜੇ ਮੂਲ ਨੂੰ ਛੱਡ ਦਿਓ, ਜੇ ਤੁਸੀਂ ਇਹੋ ਹੀ ਲਿਖਦੇ ਹੋ ਕਥਿਤ ਜਿਹੜੀ ਹੈਗੀ ਆ ਤੁਹਾਡੀ ਬੇਅਦਬੀ ਆ 3 ਘਟਨਾਵਾਂ, ਤੇ ਫਿਰ ਗਾਂਹ ਤੇ ਜਾਣ ਦੀ ਲੋੜ ਕੋਈ ਨਹੀਂ ਰਹਿ ਜਾਂਦੀ। ਇਹ ਥੋੜਾ ਜਿਹਾ ਸਪਸ਼ਟ ਕਰ ਦਈਏ ਕਿ ਜਦੋਂ ਇਹ ਸਵਾਲ ਸਾਹਮਣੇ ਆਊਗਾ ਕਿਸੇ ਵਿਅਕਤੀ ਨੂੰ ਜਿਹੜਾ ਅਜੇ ਕਟਹਿਰੇ 'ਚ ਆ, ਜਿਹਦੇ ਤੇ ਅਜੇ ਫਾਈਨਲ ਜੱਜਮੈਂਟ ਨਹੀਂ ਆਈ, ਉਹਨੂੰ ਤਾਂ ਕਹਿ ਸਕਦੇ ਆ ਕਿ ਇਹ ਅਲੈਜਡ ਆ, ਇਹ ਕਥਿਤ ਘਟਨਾਵਾਂ ਜਿਹੜੀਆਂ ਵਾਪਰ ਚੁੱਕੀਆਂ, ਜਦੋਂ ਉਹਨਾਂ ਨੂੰ ਕਥਿਤ ਕਿਹਾ ਜਾਊ, ਬਿਲਕੁਲ ਜਦੋਂ ਤੁਸੀਂ ਮੱਥਾ ਠਣਕਦਾ ਹੈ ਕਿ ਕਿਸ ਦੌਰ 'ਚ ਜੀ ਰਹੇ। ਦੇਖੋ ਮੱਥਾ ਠਣਕਦਾ ਜਦੋਂ ਤੁਸੀਂ 2 FIRਾਂ ਨੂੰ ਲੈ ਕੇ ਕਹਿ ਰਹੇ ਹੋ ਜਾਂਚ ਰੱਦ, ਲੇਕਿਨ ਪਹਿਲੀ FIR ਵੀ ਕਹਿ ਰਹੀ ਆ ਕਿ ਵਾਕਿਆ ਹੀ ਬੁਰਜ ਜਵਾਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ ਜੀ। ਇੱਕ ਹੋਰ ਜਿਹੜੀ FIR ਉਹ ਮੰਨ ਰਹੀ ਆ ਕਿ ਇਹ ਲੋਕ ਉਸ ਘਟਨਾ ਦਾ ਇਨਸਾਫ ਲੈਣ ਲਈ ਬੈਠੇ ਸੀ, ਧਰਨਾ ਲਾ ਕੇ ਬੈਠੇ ਸੀ, ਸੜਕਾਂ ਰੋਕ ਕੇ ਬੈਠੇ ਸੀ, ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਖੰਡਿਤ ਹੋਏ ਅੰਕ ਮਿਲੇ ਸਨ। ਸਰਦਾਰ ਸਾਹਿਬ 2 FIRs ਨੇ, ਇੱਕ 2015, ਦੂਜੀ 2018 ਜੀ, ਜਿਹਨੂੰ ਮਾਣਯੋਗ ਕੋਰਟ ਨੇ ਧਿਆਨ ਗੋਚਰੇ ਰੱਖਿਆ। ਹੁਣ 2015 ਦੇ ਵਿੱਚ ਵੀ ਜਿਹੜੀ FIR ਆ ਉਹ ਗੋਲੀकांड ਦੀ, ਬਿਲਕੁਲ, ਜਿਹਦੇ ਵਿੱਚ ਪੁਲਿਸ ਵਾਲਿਆਂ ਨੇ ਉਹ FIR ਦਰਜ ਕਰਾਈ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਸਾਡੇ ਇੰਨੇ ਲੋਕ ਫੱਟੜ ਹੋ ਗਏ, ਜਿਹਦੇ ਬਾਰੇ ਕੋਰਟ ਨੇ ਸਾਫ਼ ਕਿਹਾ ਕਿ ਇਸ ਜਾਂਚ ਦੇ ਵਿੱਚ ਸੰਬੰਧਿਤ ਅਫਸਰ ਨੇ ਉਹਨਾਂ ਪੁਲਿਸ ਵਾਲਿਆਂ ਦੇ ਬਿਆਨ ਹੀ ਨਹੀਂ ਲਏ, ਉਹਨਾਂ ਸੰਬੰਧੀ ਤਫਤੀਸ਼ ਨਹੀਂ ਕੀਤੀ। ਦੂਜੀ ਆ 2018 ਚ ਇਹ ਚੀਜ਼ਾਂ ਘਟਨਾਵਾਂ ਵਾਪਰਦੀਆਂ ਕਿਵੇਂ, ਔਰ ਜਿਵੇਂ ਜਿਹੜੇ ਲੋਕ ਮਾਰੇ ਜਾਂਦੇ, ਜਿਹੜੇ ਜ਼ਖਮੀ ਹੁੰਦੇ ਆ ਸੰਗਤ ਵੱਲੋਂ। ਦੂਸਰੀ FIR ਕਦੋਂ ਹੋਂਦ ਵਿੱਚ ਆਉਂਦੀ ਆ ਜੀ, ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਕਾਇਦਾ ਜਾਂਚ ਕਰਨ ਤੋਂ ਬਾਅਦ ਕੁਝ ਤੱਥ ਜਿਹੜੇ ਨੇ ਉਹ ਸਾਹਮਣੇ ਰੱਖਦੇ ਨੇ ਆਪਣੀ ਰਿਪੋਰਟ 'ਚ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਮੈਕਰੋ ਜਾਂਚ ਹੋਈ ਹੈ। ਹੁਣ ਉਹਦੇ ਤੋਂ ਬਾਅਦ ਜਦੋਂ ਜਿਹੜੀ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਹੈ ਉਹ ਗਠਿਤ ਹੁੰਦੀ ਹੈ, ਫਿਰ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਜਿਹੜੀ ਆ ਉਹ ਵੇਖਦੀ ਆ ਕਿ ਹੁਣ ਅਸੀਂ ਅੱਗੇ ਲੈ ਕੇ ਤੁਰਨਾ ਕੀ ਆ। ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਇੱਕ ਹੀ ਗੱਲ ਦੇ ਉੱਤੇ ਸਾਰੀ ਚਰਚਾ ਹੈ ਕਿ ਆਖਰ ਜੋ ਵਾਪਰ ਰਿਹਾ ਇਹ ਸਿਆਸਤ ਕੀ 2022 ਤੋਂ ਪਹਿਲਾਂ ਸ਼ਿੰਗਾਰੀ ਗਈ ਸਿਆਸਤ, ਕੀ ਬੇਅਦਬੀ ਤੇ ਗੁਰੂ ਮਹਾਰਾਜ ਦੇ ਨਾਲ ਸੰਬੰਧਿਤ ਜੁੜੀਆਂ ਘਟਨਾਵਾਂ ਨੂੰ ਮਹਿਜ ਕੁਝ ਵੋਟਾਂ ਤੱਕ ਸੀਮਤ ਕਰਕੇ ਦੇਖਿਆ ਜਾਊਗਾ, ਇਹ ਵੱਡਾ ਸਵਾਲ ਹੈ ਜੀ। ਇੱਕ ਬੰਨੇ ਅਕਾਲੀ ਦਲ ਨਾ ਚਾਹੁੰਦਾ ਹੋਇਆ ਵੀ ਇਹਦੇ ਚ ਉੱਭਰ ਨਹੀਂ ਪਾ ਰਿਹਾ, ਉਹ ਹਾਸ਼ੀਏ ਤੇ ਆ, ਉਹਨੂੰ ਕੋਈ ਫਾਇਦਾ ਨਹੀਂ, ਬਿਲਕੁਲ ਉਹਨਾਂ ਦਾ ਰੌਲਾ ਰੱਪਾ ਆਪਣੇ ਸਿਰਫ ਉਹਨਾਂ ਦੇ ਵੱਡੇ ਆਗੂਆਂ ਦੇ ਜਿਹੜੇ ਮੈਂ ਦੇਖੋ ਸਵਾਲ ਬੜਾ, ਲੇਕਿਨ ਸਰਦਾਰ ਸਾਹਿਬ ਜਿਹੜੀ ਗੱਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਧੱਬੇ ਵਾਂਗ ਚੱਲ ਰਹੀ ਹੈ, ਜੱਜਮੈਂਟ ਦੇ ਵਿੱਚ ਕਿਤੇ ਇਹ ਜ਼ਰੂਰ ਕਿਹਾ ਗਿਆ ਕਿ ਇੰਜ ਲੱਗਿਆ ਜਿਵੇਂ ਇੱਕ ਸਿਆਸੀ ਧਿਰ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੋ ਰਹੀ ਹੈ। ਬਿਲਕੁਲ, ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਟਿੱਪਣੀਆਂ ਬੜੀਆਂ ਸਟੀਕ ਹੈ। ਜਿਹੜੀ ਗੱਲ ਕਹੀ ਗਈ ਹੈ ਕਿ ਤੁਸੀਂ ਮੀਡੀਆ ਦੇ ਵਿੱਚ ਨਹੀਂ ਜਾਣਾ, ਤੁਸੀਂ ਇਹ ਜਿਹੜੀ SIT ਸਰਕਾਰ ਨੂੰ ਜਵਾਬਦੇਹ ਨਹੀਂ ਹੋਊਗੀ, ਸਰਕਾਰ ਇਹਦੇ 'ਚ ਇੱਕ ਵਾਰੀ ਬਣਾਉਣ ਤੋਂ ਬਾਅਦ ਬਦਲ ਨਹੀਂ ਸਕੂਗੀ, ਇਹ ਸਾਰੇ ਸਵਾਲ ਸਾਬਤ ਕਰਦੇ ਆ ਕਿ ਡਾਇਰੈਕਸ਼ਨ ਜਿਹੜੀ ਹੈ ਉਹ ਬੜੀ ਸਾਫ਼ ਹੈ ਕਿ ਨਿਰਪੱਖ ਹੋ ਸਕੇ। ਇੱਕ ਧਿਰ ਜਿਹੜੀ ਆ ਉਹਨੂੰ ਕਾਂਗਰਸ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ, ਇੱਕ ਬੰਨੇ ਤਾਂ ਕਾਂਗਰਸ ਕਟਹਿਰੇ 'ਚ ਆ ਗਈ ਕਿ ਉਹਨੇ ਇਸ ਕੇਸ ਦੀ ਐਡਵੋਕੇਸੀ ਕਰਨ ਵਾਲੇ ਸਰਕਾਰ ਵੱਲੋਂ ਪੈਰਵਾਈ ਕਰਨ ਵਾਲਿਆਂ ਨੂੰ ਸਮੇਂ-ਸਮੇਂ ਚੈੱਕ ਨਹੀਂ ਰੱਖਿਆ। ਦੂਜੇ ਬੰਨੇ ਜਿਹੜੇ ਉਹਦੇ ਆਪਣੇ ਲੀਡਰ ਆ, ਜਿਹੜੇ ਉਹਨੂੰ ਕਟਹਿਰੇ 'ਚ ਖੜਾ ਕਰ ਰਹੇ, ਜਿਨ੍ਹਾਂ ਦੇ ਵਿੱਚ ਇੱਕ ਦੂਜੇ 'ਚ ਪੂਰੀ ਤਰ੍ਹਾਂ ਗਹਿ-ਗਚ ਤਰੀਕੇ ਨਾਲ ਫਸੇ ਲੋਕ, ਜਿਹਨੂੰ ਖਾਨਾ ਜੰਗੀ ਕਹਿੰਦੇ ਆ। ਖਾਨਾ ਜੰਗੀ, ਜਦੋਂ ਤੁਸੀਂ ਉਹ ਵੱਡੀ ਅਖਬਾਰ ਦੇ ਵਿੱਚ ਸੁਨੀਲ ਜਾਖੜ ਦੀ ਇੰਟਰਵਿਊ ਦਾ ਹਵਾਲਾ ਦੇ ਰਹੇ ਸੀ ਕਿ ਸਾਡੇ ਲਈ ਅਵੇਕਨਿੰਗ ਹੈ, ਹਾਂ, ਉਹ ਕਹਿੰਦੇ ਵੇਕਅਪ ਕਾਲ ਹੈ। ਵੇਕਅਪ ਕਾਲ ਦਾ ਮਤਲਬ ਹੁੰਦਾ ਕਿ ਤੁਸੀਂ ਆਮ ਕਿਤੇ ਵੱਡੇ ਹੋਟਲਾਂ 'ਚ ਠਹਿਰੋ ਨਾ ਜੀ, ਤੇ ਤੁਸੀਂ ਆਪਣੇ ਕਮਰੇ 'ਚ ਸੁੱਤੇ ਹੋ, ਸੁੱਖ ਤੇ ਇੱਕ ਕਾਊਂਟਰ ਤੋਂ ਬੈਲ ਜਾਂਦੀ ਆ, ਦਿਸ ਇਜ਼ ਅ ਵੇਕਅਪ ਕਾਲ ਪਲੀਜ਼। ਹਾਂ, ਨਹੀਂ ਚਲੋ ਉਹਨੂੰ ਛੱਡ ਦਿਓ, ਅੱਜ ਕੱਲ ਉਹਨਾਂ ਟ੍ਰੈਂਡ ਬਦਲ ਲਿਆ। ਵੇਕਅਪ ਕਾਲ ਦਾ ਮਤਲਬ ਤੁਹਾਨੂੰ ਨੀਂਦ ਤੋਂ ਉਠਾਉਣਾ। ਮੈਂ ਕਿਹਾ ਤੁਸੀਂ 4.5 ਸਾਲ ਨੀਂਦ 'ਚ ਸੀ ਜੀ, ਇਹ ਵੀ ਤਾਂ ਸਵਾਲ ਆ, ਲੋਕ ਪੁੱਛਣਗੇ, ਬੜਾ ਵੱਡਾ ਸਵਾਲ ਆ। ਔਰ ਕਰ ਕੌਣ ਰਿਹਾ? ਪ੍ਰਧਾਨ ਕਾਂਗਰਸ ਦਾ ਤੁਹਾਡਾ ਚਿਹਰਾ, ਤੁਹਾਡਾ ਦੂਜਾ ਚਿਹਰਾ। ਬਿਲਕੁਲ, ਹੁਣ ਸਵਾਲ ਤਾਂ ਇਹ ਵੀ ਹੈ ਕਿ ਲੋਕਾਂ ਨੇ ਤੁਹਾਨੂੰ ਜਾਗਦੇ ਹੋਏ ਸਮਝ ਕੇ
ਮਿਸਾਲ ਦੇਤੀ। ਸਹੀ ਗੱਲ ਕਿ ਹੁਣ ਚਾਨਣ ਤੁਸੀਂ ਦੇਣਾ। ਬਿਲਕੁਲ ਸਹੀ ਗੱਲ। ਤੇ ਤੁਸੀਂ 4.5 ਸਵਾ 4 ਸਾਲ ਬਾਅਦ ਕਹਿੰਦੇ ਕਿ ਸਾਨੂੰ ਤਾਂ ਜਗਾਤਾ ਇਸ ਗੱਲ। ਹਾਂ, ਜੇ ਹੁਣ ਵੀ ਜਾਗੇ ਹੋ ਸਰਦਾਰ ਜੀ, ਬਹੁਤ ਸਪਸ਼ਟ ਜੀ ਗੱਲ ਆ ਕਿ ਇਸ ਮੌਕੇ ਤੇ ਕਿਹੜੇ 3 ਅਫਸਰ ਪੰਜਾਬ ਪੁਲਿਸ ਦੇ ਵਿੱਚੋਂ ਲੱਭੇ ਜਾਣਗੇ ਜਿਹੜੇ ਨਾ ਅਕਾਲੀਆਂ ਦਾ ਅਸਰ ਕਬੂਲਣ, ਨਾ ਕੈਪਟਨ ਅਮਰਿੰਦਰ ਸਿੰਘ ਦਾ ਕਬੂਲਣ, ਨਾ ਕਿਸੇ ਆਪਣੇ ਕੋਲੀਗਸ ਦਾ, ਵੱਡੇ ਪੁਲਿਸ ਅਫਸਰ ਦਾ ਕਬੂਲਣ, ਜਿਹੜੇ ਟੋਟਲ ਧਰਮੀ ਹੋਣ, ਜਿਹੜੇ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਇਸ ਇਨਸਾਫ ਨੂੰ ਸੰਵਿਧਾਨਕ ਨਜ਼ਰੀਏ ਤੋਂ ਸਿਰੇ ਚਾੜਨ, ਤੇ ਚਾੜਨ ਵੀ 2-3 ਮਹੀਨਿਆਂ ਚ। ਸਵਾਲ ਦਾ ਇੱਕ ਜਵਾਬ ਮੈਂ ਦੇਣ ਲੱਗਾ। ਫਿਰ 3 ਉਹੀ ਅਫਸਰ ਹੋਣਗੇ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਨਾ ਕਾਂਗਰਸੀ ਚੰਗੇ ਸਮਝਣ, ਨਾ ਅਕਾਲੀ ਸਮਝਣ, ਕਿਉਂਕਿ ਜ਼ਿਆਦਾਤਰ ਇਹੋ ਹੀ ਹੁੰਦਾ ਕਿ ਅਫਸਰਾਂ ਦੇ ਮੋਹਰ ਲੱਗੀ ਹੁੰਦੀ ਕਿ ਇਹ ਸਾਡੇ ਆ, ਇਹ ਤੁਹਾਡੇ ਆ। ਫਿਰ ਜਿਹੜੇ ਕਲਚਰ ਚੋਂ ਉਹ ਆਉਣੇ ਆ ਜੀ ਸਰਦਾਰ ਜੀ, ਉਹਨੂੰ ਤਾਂ ਕਹਿੰਦੇ ਆ ਕਿ ਸਿਆਸਤ ਦੀ ਪਾਣ ਚੜੀ ਨੂੰ ਤੇ 3 ਦਹਾਕੇ ਹੋ ਗਏ। ਬਿਲਕੁਲ। ਜਿਹੜੇ ਅਫਸਰ ਹੁਣ ਆਉਣੇ ਆ ਉਹ ਇਹਨਾਂ ਦੋਵਾਂ ਧਿਰਾਂ ਨੇ ਤੇ ਪ੍ਰਮੋਟ ਕੀਤੇ ਹੋਣਗੇ, ਦੋਵਾਂ ਧਿਰਾਂ ਨੇ ਤੇ ਵੱਖ-ਵੱਖ ਪੋਸਟਾਂ ਤੇ ਲਾਏ ਹੋਣਗੇ, ਦੋਵਾਂ ਦੇ ਮੂੰਹ ਮਲਾਜੇ ਹੋਣਗੇ ਤੇ ਲਿਹਾਜ਼ ਹੋਣਗੇ। ਤੇ ਫਿਰ ਗੁਰੂ ਸਾਹਿਬ ਦਾ ਕੌਣ ਹੈ? ਫਿਰ ਬੇਅਦਬੀ ਮਾਮਲੇ, ਫਿਰ ਇਨਸਾਫ ਦੀਆਂ ਗੱਲਾਂ, ਭਾਵੇਂ ਚਲੋ ਪੁਲਿਸ ਵਾਲੇ ਵੀ ਜ਼ਖਮੀ ਹੋਏ, ਉਹਨਾਂ ਦੀ ਵੀ ਜਾਂਚ ਦੇ ਵਿੱਚ ਉਹਨਾਂ ਨੂੰ ਵੀ ਇਨਸਾਫ ਮਿਲੇ, ਜਿਹੜੇ ਮਾਵਾਂ ਦੇ ਪੁੱਤ ਮਰ ਗਏ, ਜਿਹੜੀ ਬੇਅਦਬੀਆਂ ਹੋਈਆਂ। ਜਦੋਂ ਤੁਸੀਂ ਇਹ ਮੰਨ ਲਿਆ, ਜਦੋਂ ਇਹ ਮੰਨ ਲਿਆ ਗਿਆ ਕਿ ਇਸ ਗੋਲੀ ਕਾਂਡ ਦੇ ਵਿੱਚ 2 ਲੋਕ ਮਾਰੇ ਗਏ ਤੇ ਇੰਨੇ ਜ਼ਖਮੀ ਹੋਏ, ਤੁਸੀਂ ਸਰਕਾਰੀ ਤੌਰ ਤੇ ਉਹਨਾਂ ਨੂੰ ਮੁਆਵਜ਼ਾ ਦੇ ਦਿੱਤਾ, ਘੱਟੋ ਘੱਟ ਉਹ ਤੇ ਕਥਿਤ ਨਾ ਰਹਿ ਗਏ। ਫਿਰ ਜੀ ਉਹ ਤੇ ਕਥਿਤ ਨਾ ਰਹਿ ਗਏ, ਤੁਸੀਂ ਤਸਦੀਕ ਕਰ ਦਿੱਤਾ, ਸਟੇਟ ਨੇ ਤਸਦੀਕ ਕਰਤਾ, ਵਾਕਿਆ ਹੀ ਕੁਝ ਵਾਪਰਿਆ। ਲੇਕਿਨ ਸਵਾਲ ਇਹ ਆ ਕਿ ਜਿਹੜੀ ਧਿਰ ਨੇ ਪਹਿਲੀ FIR ਦਰਜ ਕੀਤੀ ਸੀ, ਜਦੋਂ ਉਹ 1.5 ਸਾਲ ਉਸ FIR ਦੀ ਜਾਂਚ ਨੂੰ ਗਾਂਹ ਨਹੀਂ ਤੋਰ ਸਕੀ, ਜਿਹੜਾ ਜਾਂਚ ਕਮਿਸ਼ਨ ਉਸਨੇ ਕਾਇਮ ਕੀਤਾ ਸੀ, ਜਸਟਿਸ ਜੋਰਾ ਸਿੰਘ ਕਮਿਸ਼ਨ, ਉਹਦੀ ਜਾਂਚ ਨੂੰ ਕੋਈ ਲੈਣ ਨਹੀਂ ਆਇਆ ਬਾਹਰ। ਉਹ ਵਿਚਾਰਾ ਸਾਬਕਾ ਜੱਜ, ਆਖਰਕਾਰ ਉਹ ਵੀ ਤੇ ਹਾਈ ਕੋਰਟ ਦੀ ਉਸੇ ਕੁਰਸੀ ਤੇ ਬੈਠਾ ਹੋਏਗਾ ਨਾ, ਸਾਬਕਾ ਜਸਟਿਸ ਹੈ, ਬਾਹਰ ਖੜਾ ਕਿ ਭਾਈ ਜਾਂਚ ਰਿਪੋਰਟ ਲੈ ਲਓ। ਜਦੋਂ ਸਾਡਾ ਇਨਸਾਫ ਪ੍ਰਤੀ ਇਹ ਰਵੱਈਆ ਆ ਤੇ ਫਿਰ ਸਾਨੂੰ ਕੋਈ ਵੀ ਅਧਿਕਾਰੀ ਜਿਹੜਾ ਆ ਉਹ ਪਸੰਦ ਨਹੀਂ ਆਉਣਾ ਜਿਹੜਾ ਸਾਡੇ ਤੇ ਉਂਗਲ ਚੁੱਕ ਜਾਵੇ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਲਈ ਸੁਪਰੀਮ ਕੋਰਟ 'ਚ ਜਾਣ ਤੋਂ ਬਿਨਾਂ ਦੂਜਾ ਰਾਹ ਕੋਈ ਨਹੀਂ ਬਚਿਆ। ਹਾਲਾਂਕਿ ਸਰਕਾਰ ਦੇ ਵਿੱਚੋਂ ਨਿਕਲਦੀਆਂ ਕਨਸੋਆਂ ਇਹ ਇਸ਼ਾਰਾ ਕਰਦੀਆਂ ਕਿ ਸਰਕਾਰ ਕਿਸੇ ਕੋਰਟ ਦੇ ਵਿੱਚ ਫਰਦਰ ਜਾਣ ਲਈ, ਮੂਵ ਕਰਨ ਲਈ ਤਿਆਰ ਨਹੀਂ। ਉਹ ਸਿਰਫ ਤੇ ਸਿਰਫ ਨਵੀਂ SIT ਬਣਾ ਕੇ 2-3 ਮਹੀਨਿਆਂ ਦੇ ਵਿੱਚ ਇਸ ਜਾਂਚ ਨੂੰ ਸਿਰੇ ਲਾਉਣਾ ਚਾਹੁੰਦੀ ਹੈ। ਪਰ ਮੈਨੂੰ ਫਿਰ ਵੀ ਲੱਗਦਾ ਕਿ ਜਿਹੜੀ ਜੱਜਮੈਂਟ ਆ, ਜਦੋਂ ਇਹਨੂੰ ਵਕੀਲ ਪੜ੍ਹਨਗੇ, ਜਦੋਂ ਇਹਨੂੰ ਸਿਆਣੇ ਪੜ੍ਹਨਗੇ, ਉਹ ਕਹਿਣਗੇ ਸਰਕਾਰ ਦਾ ਪੱਖ ਬਾਰ-ਬਾਰ ਵੱਖ-ਵੱਖ ਥਾਵਾਂ ਤੇ ਕਮਜ਼ੋਰ ਹੋਇਆ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿਆਂ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਜਿਹੜਾ ਮਾਣਯੋਗ ਅਦਾਲਤ ਨੇ ਸਿੱਧਾ ਇਸ਼ਾਰਾ ਕੀਤਾ ਹੈ, ਮੈਂ ਇਹਨੂੰ ਤਸਦੀਕ ਕਰਦਾ ਹਾਂ ਕਿ ਕੁੰਵਰ ਵਿਜੇ ਪ੍ਰਤਾਪ ਸ਼ਾਇਦ ਮੀਡੀਆ 'ਚ ਨਾ ਜਾਂਦੇ ਚੰਗਾ ਹੁੰਦਾ। ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਜੀ। 2 ਚੀਜ਼ਾਂ ਬੜੀਆਂ ਸਾਫ਼ ਨੇ। ਪਹਿਲੀ ਗੱਲ, ਜਿਹੜੀ ਅਦਾਲਤ ਨੇ ਕਿਹਾ ਕਿ 2019 ਦੇ ਵਿੱਚ ਇਹ ਮੀਡੀਆ 'ਚ ਗਏ, ਉਸ ਵੇਲੇ ਇਹ ਉਹਨਾਂ ਲੋਕਾਂ ਨੂੰ ਪ੍ਰਵਾਨ ਕਰਨਾ ਪਏਗਾ ਜਿਨ੍ਹਾਂ ਨੇ ਜਨਤਕ ਤੌਰ ਦੇ ਉੱਤੇ ਇਹ ਦੋਸ਼ ਲਾਇਆ ਸੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਖਾਰ ਖਾਂਦਾ ਔਰ ਇੱਕ ਕਾਂਗਰਸ ਨੂੰ ਦੀ ਮਦਦ ਦੇ ਲਈ ਸਾਡੇ ਨਾਲ ਜ਼ਿਆਦਤੀ ਕਰ ਰਿਹਾ ਜੀ। ਉਸ ਵੇਲੇ ਇਹ ਤਾੜੀ ਜਿਹੜੀ ਇੱਕ ਹੱਥ ਨਹੀਂ ਵੱਜੀ, ਦੋਨਾਂ ਹੱਥਾਂ ਨਾਲ ਤਾੜੀ ਵੱਜੀ ਹੈ। ਇੱਕ ਸਿਆਸੀ ਧਿਰ ਨੇ, ਜ਼ਿੰਮੇਵਾਰ ਲੋਕਾਂ ਨੇ ਜਿਹੜੇ ਸੱਤਾ 'ਚ ਰਹੇ ਸੀ, ਉਹਨਾਂ ਨੇ ਦੋਸ਼ ਲਾਇਆ ਸੀ, ਉਹਦਾ ਜਵਾਬ ਅੱਗੇ ਆਇਆ। ਦੂਸਰੀ ਗੱਲ, ਕੁੰਵਰ ਵਿਜੇ ਪ੍ਰਤਾਪ ਇਹ ਗੱਲ ਸਾਫ਼ ਕਰ ਚੁੱਕੇ ਨੇ ਕਿ ਜਿਹੜਾ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋ ਗਿਆ ਉਹ ਜਨਤਕ ਦਸਤਾਵੇਜ਼ ਹੋ ਗਿਆ ਜੀ। ਉਹਦੇ ਬਾਰੇ ਜੇ ਉਹ ਦਸਤਾਵੇਜ਼ ਪਹਿਲਾਂ ਹੀ ਅਦਾਲਤ ਤੋਂ ਬਾਹਰ ਰੱਖ ਦਿੱਤੇ ਨੇਗੇ ਤੇ ਫਿਰ ਉਹਨਾਂ ਨੂੰ ਗੁਨਾਹਗਾਰ ਜ਼ਰੂਰ ਮੰਨਿਆ ਜਾਣਾ। ਹੁਣ ਇਹਦੇ 'ਚ ਵੀ ਇੱਕ ਸਰਦਾਰ ਜੀ ਬਹੁਤ ਜਿਹੜਾ ਉਮਦਾ ਮਸਲਾ ਹੈ ਉਹ ਇਹ ਹੈ ਕਿ ਕੀ ਕੁੰਵਰ ਵਿਜੇ ਪ੍ਰਤਾਪ ਨੂੰ ਸਾਹਮਣੇ ਰੱਖ ਕੇ ਜੱਜਮੈਂਟ ਜਿਹੜੀਆਂ ਟਿੱਪਣੀਆਂ ਨੇ, ਕੀ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਹੱਕ ਹੈ ਕਿ ਉਹ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਅਪੀਲ ਪਰਸਨਲ ਹੈਸੀਅਤ 'ਚ ਕਰ ਸਕਣ? ਦੇਖੋ, ਗੱਲ ਤੇ ਫਿਰ ਸਿੱਧੀ ਜੀ ਗੱਲ ਆ ਕਿ ਜਦੋਂ ਗੱਲ ਪਈ ਹੋਵੇ ਨਾ, ਜਿਹਨੂੰ ਕਹਿੰਦੇ ਆ, ਤੇ ਫਿਰ ਬੰਦਾ ਮਰਦਾ ਕੀ ਨਹੀਂ। ਦੇਖੋ, 2 ਖਬਰਾਂ ਨੇ, ਕੁਛ ਨਾ ਕੁਛ ਤਾਂ ਜ਼ਰੂਰ ਹੋਏਗਾ। 2 ਖਬਰਾਂ ਨੇ ਜੀ। ਇੱਕ ਖਬਰ ਤਾਂ ਇਹ ਹੈ ਕਿ ਜੱਜਮੈਂਟ ਆ ਗਈ ਜੀ, ਤੇ ਉਹ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਕਿਹਾ ਸੀ, ਜਿਹੜਾ ਤੂਫਾਨ ਉੱਠਿਆ ਸੀ
ਵੱਖ-ਵੱਖ ਕਾਂਗਰਸੀ ਆਗੂਆਂ ਨੇ ਸਿੱਧੂ ਦੇ ਖਿਲਾਫ ਮੋਰਚਾ ਵਿੱਢਿਆ, ਖਬਰਾਂ ਆ ਗਈਆਂ ਕਿ ਸਿੱਧੂ ਨੂੰ ਘੇਰਨ ਦੀ ਤਿਆਰੀ ਹੈ, ਸਿੱਧੂ ਨੂੰ ਸ਼ਾਇਦ ਕਾਂਗਰਸ ਚੋਂ ਬਾਹਰ ਦਾ ਰਸਤਾ ਵਿਖਾਤਾ ਜਾਵੇ, ਉਸੇ ਵੇਲੇ ਜੱਜਮੈਂਟ ਆ ਜਾਂਦੀ। ਜੱਜਮੈਂਟ ਤੋਂ ਬਾਅਦ ਟੋਟਲ ਫੋਕਸ ਜੱਜਮੈਂਟ ਦੀਆਂ ਅੰਦਰਲੀਆਂ ਤਹਿਾਂ ਤੇ ਜਾ ਵੜਦਾ। 88-99 ਪੇਜ ਪੜ੍ਹਨੇ ਸੌਖੇ ਨਹੀਂ ਹੁੰਦੇ, ਲੇਕਿਨ ਸਰਦਾਰ ਸਾਹਿਬ ਇਸੇ ਮੀਨ ਟਾਈਮ, ਇਸੇ ਪੀਰੀਅਡ ਦੇ ਵਿੱਚ ਕੀ ਇਹ ਦੇਖਣਾ ਬਣਦਾ ਕਿ ਜਿਹੜੀ ਫੋਟੋ ਬਾਹਰ ਆ ਰਹੀ ਸੀ ਪੰਜਾਬ ਐਂਡ ਹਰਿਆਣਾ ਬਾਰ ਐਸੋਸੀਏਸ਼ਨ ਦੇ ਵਿੱਚੋਂ ਰਜਿਸਟ੍ਰੇਸ਼ਨ ਦੀ, ਕੁੰਵਰ ਵਿਜੇ ਪ੍ਰਤਾਪ ਜਿਹੜੇ ਕਿ ਵਕੀਲ ਵਜੋਂ ਬਾਹਰ ਆ ਰਹੇ, ਜਿਹੜੇ ਆਪਣਾ ਲਾਇਸੈਂਸ ਹਾਸਲ ਕਰ ਰਹੇ ਆ, ਪਛਾਣ ਪੱਤਰ ਲੈ ਰਹੇ ਆ, ਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿੰਨੀਆਂ ਧਿਰਾਂ ਹੈ ਉਹਨਾਂ ਨੂੰ ਮਾਨਹਾਨੀ ਲਈ ਵੀ ਖਿੱਚਣਗੀਆਂ। ਜਦੋਂ ਕੋਰਟ ਦੀ ਜੱਜਮੈਂਟ ਨੂੰ ਸਾਹਮਣੇ ਰੱਖ ਕੇ ਦੁਬਾਰਾ ਉਹ ਲੋਕ ਕੋਰਟ 'ਚ ਜਾਣਗੇ ਕਿ ਨਹੀਂ। ਸਰਦਾਰ ਸਾਹਿਬ ਛੋਟੀ ਜਿਹੀ ਬੇਨਤੀ, ਜੀ ਇਹ ਇੱਕ ਵੱਡਾ ਸਵਾਲ ਸੀ। ਸ਼ਾਇਦ ਕੁੰਵਰ ਵਿਜੇ ਪ੍ਰਤਾਪ ਨੂੰ ਪਤਾ ਸੀ ਕਿ ਮੈਨੂੰ ਜ਼ਿੰਦਗੀ ਦੇ ਕਾਫੀ ਸਾਲ ਉਲਝਣਾ ਪੈਣਾ, ਸ਼ਾਇਦ ਉਹਨਾਂ ਨੂੰ ਇਹ ਅੰਦਾਜ਼ਾ ਹੋਊਗਾ ਕਿ ਜਿਨ੍ਹਾਂ ਲੋਕਾਂ ਨੂੰ ਕੋਰਟ ਦੇ ਵਿੱਚ ਮੈਂ ਲੈ ਕੇ ਗਿਆ ਜਾਂ ਜਿਹੜੇ ਮੈਂ ਚਲਾਨ ਪੇਸ਼ ਕੀਤੇ, ਜਦੋਂ ਇਹ ਚਲਾਨ ਰੱਦ ਹੋ ਗਏ, ਇਹ ਜਾਂਚ ਰੱਦ ਹੋ ਗਈ, ਇਸ ਜਾਂਚ ਰੱਦ ਹੋਣ ਤੋਂ ਬਾਅਦ ਉਹ ਲੋਕ ਕਹਿਣਗੇ ਕਿ ਸਾਡੇ ਕਈ ਸਾਲਾਂ ਦੇ ਜੋ ਬਣਾਏ ਇਮੇਜ ਸੀ ਇਸ ਬੰਦੇ ਨੇ ਵਿਗਾੜਤੇ। ਕੁੰਵਰ ਨੂੰ ਪਤਾ ਸੀ ਕਿ ਉਹ ਕਾਲਾ ਕੋਟ ਪਾ ਕੇ ਸਾਹਮਣੇ ਉਹ ਲੜਨਗੇ, ਕਿ ਉਹ ਇਸ ਮਾਮਲੇ 'ਚ ਇਸ ਜੱਜਮੈਂਟ ਦੇ ਖਿਲਾਫ ਵੀ ਲੜ ਸਕਦੇ। ਇਹ ਹਾਲਾਂਕਿ ਆਪਾਂ ਦੋਵਾਂ 'ਚੋਂ ਕੋਈ ਕਾਨੂੰਨੀ ਮਸ਼ੀਰ ਨਹੀਂ, ਜਾਂ ਨਾ ਸਾਨੂੰ ਪਤਾ ਹੀ ਆ, ਨਾ ਸਾਨੂੰ ਦੋਨਾਂ ਨੂੰ ਜਾਣਕਾਰੀ ਆ ਕਿ ਕੀ ਕਿਸੇ ਜੱਜਮੈਂਟ ਦੇ ਵਿੱਚ ਕੋਈ ਅਧਿਕਾਰੀ ਜਿਹਨੂੰ ਬਾਹਰ ਦਾ ਰਸਤਾ ਵਿਖਾਤਾ ਗਿਆ ਉਹ ਰਾਤ ਲਈ ਅੱਗੇ ਤੁਰ ਸਕਦਾ, ਉਹ ਆਪਣੀ ਇਮੇਜ ਨੂੰ ਠੀਕ ਕਰਨ ਲਈ ਜਾਂ ਆਪਣੀ ਕੀਤੀ ਜਾਂਚ ਨੂੰ ਜਸਟੀਫਿਕੇਸ਼ਨ ਲਈ, ਕਿ ਉਹ ਇਸ ਦੇ ਖਿਲਾਫ ਜਾਂ ਇਹਨੂੰ ਅੱਗੇ ਡਬਲ ਬੈਂਚ ਕੋ ਖੁਦ ਵੀ ਲਿਜਾ ਸਕਦਾ। ਮੈਂ ਇੱਕ ਉਦਾਹਰਨ ਦੇਣਾ ਚਾਹੁੰਦਾ ਜੀ। ਜੂਨ 84 ਦੇ ਵਿੱਚ ਜਿਹੜੇ ਲੋਕ ਦਰਬਾਰ ਸਾਹਿਬ ਕੰਪਲੈਕਸ ਫੌਜ ਵੱਲੋਂ ਗ੍ਰਿਫਤਾਰ ਕੀਤੇ ਗਏ ਜੀ, ਉਹ 300 ਸ਼ਾਇਦ 79 ਦੇ ਕਰੀਬ ਜਿਹੜੇ ਸਨ, 366 ਸਨ, 13 ਹੋਰ ਸਨ ਜੀ। ਇਹਨਾਂ ਨੂੰ ਜੋਧਪੁਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਹਦੇ ਵਿੱਚ ਮੈਂ 2 ਨਾਂ ਲੈਣ ਲੱਗਾ। 5 ਸਾਲ ਦੀ ਉਹਨਾਂ ਨੇ ਜੇਲ੍ਹ ਕੱਟੀ ਸਾਰਿਆਂ ਨੇ। ਉਹਨਾਂ 'ਚ ਇੱਕ ਨਾਂ ਜਸਵੀਰ ਸਿੰਘ ਘੁੰਮਣ ਜੀ, ਇੱਕ ਨਾਂ ਭਗਵੰਤ ਸਿੰਘ ਸਿਆਲਕਾ ਜੀ। ਦੋਨੇ ਹੀ ਜੇਲ੍ਹ ਦੇ ਵਿੱਚ ਗਏ। ਦੋਨਾਂ ਨੇ ਉੱਥੋਂ LLB ਦੀ ਪੜ੍ਹਾਈ ਕੀਤੀ ਜੇਲ੍ਹ ਦੇ ਅੰਦਰ ਬੈਠ ਕੇ। ਬਾਹਰ ਆਏ, ਪ੍ਰੈਕਟਾਈਜ਼ਿੰਗ ਲਾਇਰ ਬਣੇ ਜੀ। ਤਾਂ ਘੁੰਮਣ ਸਾਹਿਬ ਤੇ ਹੁਣ ਵੀ ਇਹ ਵਕਾਲਤ ਕਰ ਰਹੇ। ਹੁਣ ਬੇਨਤੀ ਸੁਣ ਲਓ, ਜਦੋਂ ਇਹ ਵਕੀਲ ਬਣ ਗਈ, ਫਿਰ ਜਦੋਂ ਜੋਧਪੁਰ ਜੇਲ੍ਹ ਦੇ ਕੈਦੀਆਂ ਦਾ ਮੁਆਵਜ਼ੇ ਦਾ ਕੇਸ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਚੱਲਿਆ, ਜਸਵੀਰ ਸਿੰਘ ਘੁੰਮਣ ਵੀ ਉੱਥੇ ਵਕੀਲ ਤੇ ਉੱਥੇ ਭਗਵੰਤ ਸਿੰਘ ਸਿਆਲਕਾ ਵੀ ਵਕੀਲ, ਬਾਕੀ ਵਕੀਲਾਂ ਦੇ ਬਰਾਬਰ ਤੇ ਜੀ। ਔਰ ਉੱਥੋਂ ਜੋ ਸੱਚ ਸਾਹਮਣੇ ਆਇਆ, ਜੋ ਇਹ ਅਦਾਲਤ ਨੂੰ ਦੱਸ ਸਕਦੇ ਸਨ ਕਿ ਸਾਡੇ ਨਾਲ ਕੀ ਵਾਪਰਿਆ, ਅਸੀਂ ਕਿੱਦਾਂ ਲੈ ਗਏ, ਕਿੱਥੇ ਰੱਖਿਆ ਗਿਆ, ਹੋਰ ਕੋਈ ਬਿਹਤਰ ਵਕੀਲ ਨਹੀਂ ਸੀ ਦੱਸ ਸਕਦਾ ਜੀ। ਉਹੀ ਹਾਲਾਤ ਜਿਹੜੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨੇ। ਅੱਜ ਤੇ ਇਹ ਕਿਹਾ ਜਾਂਦਾ ਕਿ ਸਿਰਫ DGP ਜਦੋਂ ਕੋਈ ਹਾਲਾਤ ਖਰਾਬ ਹੁੰਦੇ ਨੇ, ਕਿਸੇ ਉੱਚੇ ਸੱਤਾ ਦੇ ਬੈਠੇ ਸ਼ਖਸ ਦੇ ਨਾਲ, ਮੁੱਖ ਮੰਤਰੀ ਨਾਲ, ਉਪ ਮੁੱਖ ਮੰਤਰੀ ਨਾਲ ਟੈਲੀਫੋਨ ਤੇ ਗੱਲ ਕਰਨੀ ਗੁਨਾਹ ਨਹੀਂ ਹੈ। ਲੇਕਿਨ ਜਦੋਂ ਇਹ ਮੰਨਿਆ ਜਾਏਗਾ ਕਿ ਆਖਰ ਉਹ ਕਾਲਾਂ ਜਿਹੜੀਆਂ ਟੈਲੀਫੋਨ ਕਾਲਾਂ ਹੋਈਆਂ ਨੇ ਹੈ ਕੀ ਨੇ, ਵੈਸੇ ਅਸੀਂ ਗੱਲ ਕਰਦੇ ਹਾਂ ਤੇ ਇਸ ਵੇਲੇ ਅਸੀਂ ਕੋਈ ਰਿਕਾਰਡ ਕਰ ਰਿਹਾ, ਸਾਨੂੰ ਸਰਕਾਰਾਂ ਦੇਖ ਰਹੀਆਂ, ਸਾਨੂੰ ਬਾਕੀ ਏਜੰਸੀਆਂ ਦੇਖ ਰਹੀਆਂ, ਲੇਕਿਨ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਉਹਦਾ ਕਿਤੇ ਤੇ ਕੋਈ ਰਿਕਾਰਡ ਹੈ, ਕਿਉਂ ਲੋੜ ਪੈ ਗਈ? ਨਹੀਂ ਸਰਦਾਰ ਸਾਹਿਬ ਦੇਖੋ, ਇਹੀ ਤਾਂ ਕਹਿੰਦੇ ਨਾ ਕਿ ਚੋਰ ਮੋਰੀਆਂ ਬਹੁਤ ਹੁੰਦੀਆਂ। ਚੋਰ ਮੋਰੀਆਂ ਨਹੀਂ, ਅਸੀਂ ਆਪਣੇ ਸਬੂਤ ਆਪ ਛੱਡ ਰਹੇ ਹਾਂ। ਮੈਂ ਇਹ ਕਹਿ ਰਿਹਾ ਸਰਦਾਰ ਸਾਹਿਬ ਕਿ ਇਹ ਗੱਲ ਕਹੀ ਜਾਊਗੀ ਕਿ ਮੁੱਖ ਮੰਤਰੀ ਔਰ ਉਹਦੇ ਅਫਸਰ ਸਦਾ ਸੰਪਰਕ 'ਚ ਰਹਿ ਸਕਦੇ ਆ ਜੀ। ਹੁਣ ਸਵਾਲ ਤਾਂ ਇਹ ਹੈ ਕਿ ਮੰਨ ਲਿਆ ਜੀ, ਮਾਣਯੋਗ ਅਦਾਲਤ ਨੇ ਜੋ ਕਿਹਾ ਸਭ ਸੱਚ ਹੈ, ਬਿਲਕੁਲ, ਲੇਕਿਨ ਘਟਨਾਵਾਂ ਵਾਪਰੀਆਂ, ਬੰਦੇ ਮਰੇ ਜੀ, ਸਾਲਾਂ ਤੱਕ ਇਹ ਕੇਸ ਲਟਕੇ ਜੀ। ਔਰ ਇਸ ਪੀਰੀਅਡ ਦੇ ਵਿੱਚ ਜਿਹਦੇ ਵਿੱਚ ਅਦਾਲਤ ਕਹਿੰਦੀ ਹੈ ਕਿ ਉੱਥੇ ਕੁਝ ਪ੍ਰੋਟੈਸਟ ਹੋ ਰਹੇ ਸੀ, ਤੁਹਾਨੂੰ ਯਾਦ ਹੈ ਪੂਰਾ ਪੰਜਾਬ ਬੰਦ ਹੋ ਗਿਆ ਸੀ। ਹੁਣ ਉਸ ਦੌਰ ਦੀਆਂ ਅਖਬਾਰਾਂ ਚੱਕ ਕੇ ਦੇਖ ਲਓ, ਰਿਕਾਰਡਡ ਹੁੰਦੀਆਂ। ਉਸ ਦੌਰ ਦਾ ਜਿਹੜਾ ਪੰਜਾਬ ਬੰਦ ਹੁੰਦਾ ਹੈ 14 ਅਕਤੂਬਰ 2015 ਤੋਂ ਲੈ ਕੇ, ਉਹਦਾ ਇੱਕ ਹੱਲ ਮਿਲਦਾ ਜਾ ਕੇ 25 ਅਕਤੂਬਰ ਨੂੰ, ਜਦੋਂ ਮਾਲਵੇ ਦੇ ਵਿੱਚ ਉਸੇ ਜਗ੍ਹਾ ਤੇ ਇੱਕ ਪੰਥਕ ਇਕੱਠ ਹੁੰਦਾ ਲੋਕਾਂ ਦਾ, ਔਰ ਉੱਥੇ ਕਿਹਾ ਜਾਂਦਾ ਕਿ ਅਸੀਂ ਸਰਬੱਤ ਖਾਲਸਾ ਸਦਲਾ। ਘਟਨਾਵਾਂ ਦੀ ਕੜੀ ਤੁਰਦੀ ਆ, ਇਹ 'ਚ ਕੋਈ ਜਿਹੜਾ ਆ ਏਜੰਸੀ ਜਿਹੜੀ ਆ ਨਾ ਨਹੀਂ ਕਰ ਸਕੇਗੀ ਕਿ ਘਟਨਾਵਾਂ ਅੱਗੇ ਨਹੀਂ ਤੁਰੀਆਂ। ਸਿਰਫ ਇਹਨੂੰ ਇੱਕ ਦਿਨ ਤੱਕ ਕਹਿਣਾ ਕਿ ਪ੍ਰੋਟੈਸਟ ਹੋਇਆ ਸੀ। ਨਹੀਂ, ਪਰ ਇੱਕ ਚੀਜ਼ ਦੇਖੋ, ਗੈਪ ਕਿੱਥੇ ਆ ਜੀ, ਕਿ ਜਦੋਂ ਕੋਰਟ ਦੇ ਅੰਦਰ ਜੀ ਇਹ ਸਭ ਵਾਪਰ ਰਿਹਾ ਸੀ, ਜਿਹੜਾ ਰਿਕਾਰਡ ਹੋ ਰਿਹਾ ਸੀ, ਲਿਖਿਆ ਜਾ ਰਿਹਾ ਸੀ, ਜੱਜਮੈਂਟ ਆਉਣ ਤੋਂ ਪਹਿਲਾਂ
ਕਈ ਹੀਅਰਿੰਗਸ ਹੋਣਗੀਆਂ, ਕਈ ਸੁਣਵਾਈਆਂ ਹੋਈਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚ ਨਾਲੋਂ ਨਾਲ ਇਹ ਲਿਖਿਆ ਗਿਆ ਹੋ। ਸਰਦਾਰ ਜੀ, ਉਦੋਂ ਉਦਾਸੀਨਤਾ ਉਸ ਧਿਰ ਦੀ ਹੈ ਜਿਹੜੀ ਰਾਜ ਕਰ ਰਹੀ, ਬਿਲਕੁਲ, ਜਿਹਦੇ ਖਿਲਾਫ ਫੈਸਲਾ ਆਇਆ, ਉਹਦੇ ਵਕੀਲਾਂ ਨੇ ਇਸ ਮੌਕੇ ਨੂੰ ਠੀਕ ਤਰੀਕੇ ਨਾਲ ਪੇਸ਼ ਨਹੀਂ ਕੀਤਾ। ਮੈਂ ਬੇਨਤੀ ਕਰਨ ਲੱਗਾ, ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਮੈਨੂੰ ਸਿਰਫ ਇੱਕ ਗੱਲ ਯਾਦ ਹੈ ਕਿ ਜਦੋਂ ਬਰਗਾੜੀ ਮੋਰਚਾ ਲੱਗਾ ਜੀ 2018 ਦੇ ਵਿੱਚ, ਮੋਰਚਾ ਖਤਮ ਹੋ ਗਿਆ, ਉਸ ਟਾਈਮ ਤੇ ਦੋ ਜਥੇਦਾਰ ਜਿਹੜੇ ਸੀ, ਧਿਆਨ ਸਿੰਘ ਮੰਡ ਤੇ ਦਾਦੂਵਾਲ, ਆਪਸ ਵਿੱਚ ਇਹਨਾਂ ਦਾ ਵਿਚਾਰਧਾਰਕ ਵਖਰੇਵਾਂ ਹੋ ਗਿਆ। ਅਸੀਂ ਸਰਸਰੀ ਪੁੱਛਿਆ ਤੇ ਦਾਦੂਵਾਲ ਜੀ, ਇਹ ਤੇ ਖਤਮ ਹੋ ਗਿਆ ਮੋਰਚਾ, ਹੁਣ ਕੀ ਹੈ? ਉਹਦਾ ਇੱਕ ਲਫ਼ਜ਼ ਮੈਨੂੰ ਯਾਦ ਹੈ, ਕਹਿੰਦਾ ਇਹ ਜਿਹੜਾ ਗੁਨਾਹ ਇਸ ਧਰਤੀ ਤੇ ਵਾਪਰਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ, ਸਮਝ ਲਓ ਕਿ ਜਿਹੜੇ ਵੀ ਲੋਕ ਜ਼ਿੰਮੇਵਾਰ ਨੇ, ਜਿਹੜੇ ਵੀ ਸਿਆਸਤਦਾਨ, ਕੋਈ ਵੀ ਅਫਸਰਸ਼ਾਹੀ ਇਹ ਤੋਂ ਕਿਨਾਰਾ ਕਰੇਗੀ, ਇਹਨੂੰ ਚਿੱਠਲਾਉਣ ਦੀ ਕੋਸ਼ਿਸ਼ ਕਰੇਗੀ, ਮੰਨ ਕੇ ਚੱਲੋ ਕਿ ਇੱਕ ਕੁਦਰਤ ਦਾ ਇਨਸਾਫ ਹੈ, ਕਬਰ ਖੋਦੀ ਗਈ ਆ। ਹੁਣ ਇਹ ਦੇਖਿਓ ਕਹਿੰਦੇ ਆਉਣ ਵਾਲੇ ਸਮੇਂ 'ਚ ਇਹਦੇ 'ਚ ਕੌਣ ਕੌਣ ਪੈਂਦਾ, ਔਰ ਇਹਦੇ 'ਚ ਸੱਚਮੁੱਚ ਸਿਆਸੀ ਤੌਰ ਤੇ ਕਈ ਲੋਕ ਪਏ ਨੇ, ਔਰ ਗਾਂ ਵੀ ਇਹਦੇ ਡੂੰਘੇ ਹੁੰਦੇ ਜਾਣ ਦਾ ਅਹਿਸਾਸ ਹੈ। ਇਸ ਗੱਲ ਨੂੰ ਤੁਸੀਂ ਨੀਚ ਲਾ ਕੇ ਤੱਕਿਓ, ਸੱਚਮੁੱਚ ਘਟਨਾਵਾਂ ਐਵੇਂ ਵਾਪਰ ਰਹੀਆਂ ਜਿਵੇਂ ਬੜੇ ਸਬਕ ਨਵੇਂ ਆ ਰਹੇ ਆ, ਔਰ ਜਿਹੜੇ ਲੀਹੋਂ ਲੱਥੇ ਉਸ ਲੀਏ ਚੜ ਨਹੀਂ ਰਹੇ, ਜਿਹੜੇ ਥੋੜੇ ਜਿਹੇ ਵੀ ਇਹਦੇ ਵਿੱਚ ਅਵੇਸਲੇ ਹੋਏ ਆ, ਉਹਨਾਂ ਨੂੰ ਆਪਣੀ ਹੋਂਦ ਦਾ ਖਤਰਾ ਸਤਾਉਣ ਲੱਗਿਆ। ਕਾਂਗਰਸ ਦੇ ਅੰਦਰ ਜਿਹੜੀ ਖਾਨਾ ਜੰਗੀ ਤੁਰੀ ਆ, ਜੇ ਉਹਨੂੰ ਤੁਸੀਂ ਦੂਰੋਂ ਬਹਿ ਕੇ ਦੇਖੋਗੇ ਤੁਹਾਨੂੰ ਲੱਗੂਗਾ ਕਿ ਐਵੇਂ ਹੀ ਆ, ਲੇਕਿਨ ਅੰਦਰ ਇੰਨੀ ਅੱਗ ਬਲ ਰਹੀ ਆ। ਹੁਣ ਇਹ ਬੜਾ ਅਹਿਮ ਸਵਾਲ ਆ ਕਿ ਕਿਸੇ ਜਗ੍ਹਾ ਤੇ ਇਹ ਇਸ਼ਕ ਨਹੀਂ ਹੈ ਸਾਂ, ਹਾਂ ਬਸ ਇਤਨਾ ਸਮਝ ਲੀजिए ਇੱਕ आग का दरिया है, ਚਲੋ ਡੂਬ ਕੇ ਜਾਣਾ ਜਾਂ ਤੈਰ ਕੇ ਜਾਣਾ। ਲੇਕਿਨ ਇਹਦੇ 'ਚ ਇੱਕ ਜਗ੍ਹਾ ਇਹ ਵੀ ਗੱਲ ਆਉਂਦੀ ਰਹੀ ਕਿ ਜਿਹੜੇ ਸਭ ਤੋਂ ਵੱਡੇ ਜਾਂਚ ਅਧਿਕਾਰੀ ਸੀਗੇ, ਉਹ ਜਦੋਂ ਵੀ ਇਸ ਕੇਸ ਦੇ ਨਾਲ ਸੰਬੰਧਿਤ ਸਰਕਾਰ ਨੂੰ ਕੋਈ ਇਨਪੁਟਸ ਦਿੰਦੇ ਸੀ, ਡਿਸਕਸ ਕਰਦੇ ਸੀ, ਉਸ ਵੇਲੇ ਅਕਸਰ ਉਹ ਇਕੱਲਿਆਂ ਮੁੱਖ ਮੰਤਰੀ ਨਾ ਹੁੰਦੇ ਸੀ। ਬਿਲਕੁਲ, ਕਈ ਜਿਹੜੇ ਵਜ਼ੀਰ ਨੇ ਗਵਰਨਮੈਂਟ ਦੇ ਇਸ ਗੱਲੋਂ ਅਨੋਇਡ ਸੀਗੇ ਕਿ ਸਾਨੂੰ ਕਹਿਤਾ ਜਾਂਦਾ ਨਹੀਂ, ਮੈਂ ਇਕੱਲਿਆਂ ਗੱਲ ਕਰਨੀ, ਤੁਸੀਂ ਬਾਹਰ ਹੋ ਜਾਓ। ਹੁਣ ਜੇਕਰ ਉਹਨਾਂ ਦੋਵਾਂ 'ਚ ਸੀ, ਮੁੱਖ ਮੰਤਰੀ ਔਰ ਸਭ ਤੋਂ ਵੱਡੇ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਜੀ, ਆਖਰ ਸਮੇਂ ਸਿਰ ਉਹ ਜਿਹੜੀਆਂ ਮੁਸ਼ਕਲਾਂ ਸੀ ਉਹਨਾਂ ਨੂੰ ਹੱਲ ਕਿਉਂ ਨਾ ਕੀਤਾ? ਸਵਾਲ ਤੇ ਵੀ ਆ ਕਿ ਆਖਰ ਇਹ ਮੰਤਰੀ ਜਿਹੜੇ ਜਿਨ੍ਹਾਂ ਨੂੰ ਮੁੱਖ ਮੰਤਰੀ ਤੇ ਬਾਕੀ ਮੰਤਰੀਆਂ ਨੂੰ ਰਲਾ ਕੇ ਅਸੀਂ ਲਫ਼ਜ਼ ਸਰਕਾਰ ਵਰਤਦੇ ਜੀ, ਮੁੱਖ ਮੰਤਰੀ ਕੱਲਾ ਜਿਹੜਾ ਆ, ਉਹਦਾ ਫੈਸਲਾ ਜਿਹੜਾ ਮੰਤਰੀ ਮੰਡਲ ਅਗਰ ਪ੍ਰਵਾਨ ਨਹੀਂ ਕਰਦਾ ਤੇ ਕੀ ਉਸ ਫੈਸਲੇ ਨੂੰ ਤੁਸੀਂ ਲਾਗੂ ਕਰ? ਸਰਦਾਰ ਸਾਹਿਬ, ਸਾਲਾਂ ਦਾ ਸਮਾਂ ਹੋ ਗਿਆ ਜੀ, ਸਾਲਾਂ ਦਾ ਸਮਾਂ ਹੋ ਗਿਆ। ਤੁਸੀਂ ਤਾਂ ਸਾਰੇ ਜਾਣ ਹੈ, ਦੋਸਤ ਮਿੱਤਰ ਸਾਡੇ ਨਾਲੋਂ ਵੱਧ ਜਾਣਕਾਰੀ ਰੱਖਦੇ ਆ। ਅੱਜ ਕੱਲ ਨਾ ਸਖਸ਼ੀ ਬੇਸਡ ਹੋ ਗਿਆ ਸਾਰਾ ਕੁਝ, ਸਖਸ਼ੀਅਤਾਂ ਤੇ ਮੁਨਸਰ ਹੈ ਕਿ ਜਿਹੜਾ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਜਾਂ ਜਿਹਦੇ ਕੋਲ ਤਾਕਤ ਹੈ, ਬਾਕੀ ਤਾਂ ਐਵੇਂ ਨਾਂ ਨੂੰ ਦਾ ਹੀ ਆ। ਬਸ ਤੁਸੀਂ ਆਪਣੇ ਹਰ ਸਵਾਲ ਦਾ ਜਵਾਬ ਦਿੱਤਾ ਕਿ ਜਦੋਂ ਸੱਤਾ ਇੱਕ ਸ਼ਖਸ ਤੱਕ ਕੇਂਦਰਿਤ ਹੋ ਕੇ ਰਹਿ ਗਈ, ਸਾਰਾ ਕੁਝ ਜੋ ਕੁਝ ਕਰਨਾ, ਜੋ ਕੁਝ ਨਹੀਂ ਕਰਨਾ ਉਹਦੇ ਹੱਥ ਵੱਸ ਹੋ ਗਿਆ, ਤੇ ਫਿਰ ਇਹੋ ਕੁਝ ਹੀ ਲੱਭਣਾ ਨਹੀਂ। ਪਰ ਸਰ ਇੱਕ ਚੀਜ਼ ਜ਼ਰੂਰ ਦੇਖੋ, ਕੁਦਰਤ ਕਿਵੇਂ ਕੰਮ ਕਰਦੀ ਜੀ, ਕਿ ਜੇ ਇੱਕ ਬੰਦੇ ਨੂੰ ਇੰਨੀ ਫੇਵਰ ਮਿਲੀ ਹੈ ਕੁਦਰਤ ਵੱਲੋਂ ਕਿ ਜਾਂ ਤੈਨੂੰ ਰਾਜਾ ਬਣਾਤਾ, ਭਾਵੇਂ ਉਹ ਬਾਦਲ ਕੇ ਸੀ, ਭਾਵੇਂ ਕੈਪਟਨ ਸਾਹਿਬ ਸੀਗੇ ਜਾਂ ਕੋਈ ਵੀ ਸੀ, ਪਰ ਜਿੱਦਣ ਸਜ਼ਾ ਮਿਲਦੀ ਹੈ ਫਿਰ ਉਹ ਵੀ ਇਕੱਲਿਆਂ ਭੁਗਤਣੀ ਪੈਂਦੀ, ਨਾਲ ਕੋਈ ਨਹੀਂ ਤੁਰਦਾ ਨਾ, ਕੋਈ ਨਹੀਂ। ਅੱਜ ਦੂਸਰੀ ਗੱਲ, ਇੱਕ ਚੀਜ਼ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹਾਂਗਾ ਕਿ ਜਦੋਂ ਅਦਾਲਤਾਂ ਜਿਹੜੀਆਂ ਨੇ ਜੀ, ਉਹ ਤੁਹਾਡੇ ਕੋਲ ਸਬੂਤ ਮੰਗਦੀਆਂ ਨੇ, ਦਲੀਲਾਂ ਸੁਣਦੀਆਂ ਨੇ, ਅਪੀਲਾਂ ਸੁਣਦੀਆਂ ਨੇ, ਔਰ ਹਰ ਗੁਨਾਹਗਾਰ ਚਾਹੇ ਉਹ ਛੋਟਾ ਹੋਵੇ ਵੱਡਾ ਹੋਵੇ, ਉਹ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨ ਲਈ ਹਰ ਹੀਲਾ ਵਰਤਦਾ ਹੈ ਜੀ। ਨਵੰਬਰ 1984 ਦੇ ਕਤਲੇਆਮ ਦੀਆਂ ਕਿੰਨੇ ਜਾਂਚ ਕਮਿਸ਼ਨ ਬਣੇ? 11। ਕਿਹੜਾ ਘੱਟ ਸੀ ਇੱਕ ਦੂਸਰੇ ਨਾਲ? ਨਹੀਂ, ਪੂਰੇ ਅਖਤਿਆਰੀ ਸੀ। 36 ਸਾਲ ਦੇ ਅੰਦਰ ਕੀ ਹੋਇਆ? ਕਿਸੇ ਦੋਸ਼ੀ ਨੇ ਕਿਹਾ ਸਾਨੂੰ ਇਹ ਜੱਜ ਪਸੰਦ ਨਹੀਂ ਹੈਗਾ, ਕਿਸੇ ਨੇ ਕਿਹਾ ਸਾਨੂੰ ਆਹ ਪਸੰਦ ਨਹੀਂ ਹੈਗਾ। ਇਹ ਹੋਇਆ ਸਰਦਾਰ ਜੀ, 36 ਸਾਲਾਂ 'ਚ 2 ਪੀੜ੍ਹੀਆਂ ਬੀਤ ਜਾਂਦੀਆਂ, ਤੇ ਤੁਸੀਂ ਮੈਨੂੰ ਦੱਸੋ ਕਿ 36 ਸਾਲਾਂ ਬਾਅਦ ਪਹਿਲੀ ਤੰਦ ਕਿੱਥੇ ਰਹਿ ਜੂ? ਜਿੱਥੋਂ ਤੰਦ ਫੜਨੀ ਆ, ਜਿੱਥੋਂ ਗੱਲ ਕਹਿੰਦੇ ਜੀ ਅਸੀਂ ਤਾਂ ਸੀਨ ਸਾਂਭਿਆ ਨਹੀਂ। ਸਾਰੀ ਦੌੜ ਜਿਹੜੀ ਆ, ਜਦੋਂ ਮਾਨਯੋਗ ਅਦਾਲਤ ਇਹ ਕਹਿੰਦੀ ਆ ਅਲੈਜਡ ਕਥਿਤ ਬੇਅਦਬੀ, ਤੇ ਪਹਿਲੀ ਤੰਦ ਨੂੰ ਮੰਨ ਕੇ ਚੱਲਣਾ ਚਾਹੀਦਾ, ਤੋੜ ਦਿੱਤਾ ਗਿਆ ਪਿੱਛੇ। ਬਹੁਤ ਤਣਾਅ ਹੈ, ਬਹੁਤ ਤਣਾਅ ਹੈ ਸਰਕਾਰਾਂ ਦੇ ਅੰਦਰ।
ਬਹੁਤ ਇਲਜ਼ਾਮ ਤਰਾਸ਼ੀਆਂ ਹੈ। ਨਵਜੋਤ ਸਿੰਘ ਸਿੱਧੂ ਸਾਫ਼ ਮੁੱਖ ਮੰਤਰੀ ਤੇ ਹਮਲਾ ਬੋਲ ਰਹੇ, ਹੌਲੀ ਹੌਲੀ ਸਵਾਲ ਫਿਰ ਉੱਥੇ ਰਹਿ ਗਿਆ ਕਿ ਤੁਸੀਂ ਉਹ ਸ਼ਖਸ ਹੋ ਨਵਜੋਤ ਸਿੰਘ ਸਿੱਧੂ ਜਿਹਦੀ ਹਾਈ ਕਮਾਂਡ ਸਿੱਧੀ ਕਿਉਂ ਸੁਣਦੀ ਹੈ। ਹਰੀਸ਼ ਰਾਵਤ ਜੱਫੀ ਪਾ ਕੇ ਮਿਲਦੇ ਨੇ ਤੇ ਕਪਤਾਨ ਸਾਹਿਬ ਸੱਦਾ ਦਿੰਦੇ ਨੇ ਕਿ ਆਓ ਚਾਹ ਦੇ ਕੱਪ ਤੇ ਬੈਠੀਏ। ਜਦੋਂ ਫਿਰ ਤੁਸੀਂ ਇਹ ਕਦੇ ਨਹੀਂ ਕਹਿ ਸਕਦੇ ਕਿ ਮੈਨੂੰ ਪੁੱਛਿਆ ਨਹੀਂ ਗਿਆ, ਮੈਂ ਵਿੱਚ ਨਹੀਂ ਆ। ਆਖਰ ਜਦੋਂ 4.5 ਸਾਲ ਇਹ ਸਾਰਾ ਕੁਝ ਕੀਤਾ ਜਾਏਗਾ, ਵਿਸ਼ਲੇਸ਼ਣ ਕੀਤਾ ਜਾਏਗਾ, ਤੁਸੀਂ ਵੀ ਬਰਾਬਰ ਦੋਸ਼ੀ ਮੰਨੇ ਜਾਓਗੇ। ਸਰ ਜਦੋਂ ਤੇਲ ਤਪਿਆ ਹੋਵੇ ਤੇ ਆਪਣਾ ਪੂਰ ਲਾ ਹੀ ਦਈਦਾ, ਲਾ ਲਈਦਾ ਨਾ ਵੋਟਾਂ ਦੇ ਰੂਪ। ਮੈਂ ਪਹਿਲਾਂ ਵੀ ਇੱਕ ਵਾਰੀ ਤੁਹਾਨੂੰ ਜ਼ਿਕਰ ਕੀਤਾ ਸੀ, ਅਮਰੀਕਾ ਦੇ ਵਿੱਚ ਕੁਝ ਮਿੰਟਾਂ ਦੇ ਲਈ ਬਿਜਲੀ ਚਲੇ ਗਈ ਤੇ ਇੱਕ ਡਾਇਰੈਕਟਰ ਨੇ ਦਿਮਾਗ ਕੰਮ ਕੀਤਾ, ਉਹਨੇ ਇੱਕ ਫਿਲਮ ਬਣਾਈ ਵੇਅਰ ਵਰ ਯੂ ਵੈਨ ਦ ਲਾਈਟ ਵਾਜ਼ ਆਫ। ਜੋ ਘਟਨਾਵਾਂ ਉਸ ਵੇਲੇ ਵਾਪਰੀਆਂ ਫਿਲਮਾਤੀਆਂ, ਹਾਲਾਤ ਫਿਰ ਹੋਈ ਆ ਕਿ ਤੁਸੀਂ ਕਿੱਥੇ ਸੀ। ਨਵਜੋਤ ਸਿੰਘ ਸਿੱਧੂ ਹੋਣ, ਪ੍ਰਤਾਪ ਸਿੰਘ ਬਾਜਵਾ ਹੋਣ, ਸ਼ਮਸ਼ੇਰ ਸਿੰਘ ਦੂਲੋ ਹੋਣ, ਸੁਨੀਲ ਜਾਖੜ, ਤ੍ਰਿਪਤ ਰਜਿੰਦਰ ਬਾਜਵੇ ਹੋਣ, ਸੁਖਜਿੰਦਰ ਸਿੰਘ ਰੰਧਾਵਾ ਹੋਵੇ, ਲੋਕ ਹੁਣ ਨਹੀਂ ਆਉਣ ਵਾਲੀਆਂ ਨਸਲਾਂ ਸਵਾਲ ਕਰਨਗੀਆਂ ਵੇਅਰ ਵਰ ਯੂ। ਉਹ ਧਿਰ ਜਿਹੜੀ ਉਦੋਂ ਸੱਤਾ 'ਚ ਸੀ ਅਜੇ ਤੱਕ ਸਫਾਈਆਂ ਦਿੰਦੀ ਫਿਰਦੀ ਆ, ਲੇਕਿਨ ਕੋਈ ਸਫਾਈਆਂ ਨਹੀਂ ਸੁਣਦਾ, ਉਂਗਲਾਂ ਕਰੀ ਫਿਰਦਾ। ਬਿਲਕੁਲ। ਤੇ ਜਿਹੜੇ ਹੁਣ ਵਾਲੇ ਆ ਉਹ ਲੱਖ ਸਫਾਈਆਂ ਦੇ ਰਹੇ ਆ, ਲੱਖ ਜਮਾ ਜੋੜ ਕਰ ਰਹੇ ਆ, ਇਸ ਉਲਝਣ ਚੋਂ ਨਿਕਲਣ ਦੇ ਹੱਲ ਤਲਾਸ਼ਦੇ ਫਿਰਦੇ ਆ। ਲੇਕਿਨ ਜਿੰਨਾ ਚਿਰ ਸਿੰਸੈਰਿਟੀ, ਜਿੰਨਾ ਚਿਰ ਸੰਜੀਦਗੀ, ਸੁਹਿਰਦਤਾ ਨਹੀਂ, ਤਿੰਨ ਉਹ ਚਿਹਰੇ ਲੱਭੇ ਜਾ ਰਹੇ ਆ ਜਿਹੜੇ ਇਹ ਸਾਰੀ ਬਲਦੀ ਅੱਗ ਜਿਹੜੀ ਆ ਉਹ ਆਪਣੇ ਆਪ ਨੂੰ ਉਸ ਅੱਗ ਦੇ ਹਵਾਲੇ ਕਰ, ਜਿਹਨੂੰ ਕਹਿੰਦੇ ਹੁੰਦੇ ਬਲਦੀ ਤੇ ਬੂਥੇ, ਬਲਦੀ ਤੇ ਬੂਥੇ। ਹੁਣ ਫੈਸਲਾ ਇਹੋ ਹੀ ਹੋਣਾ ਕਿ ਉਹ ਤਿੰਨ ਚਿਹਰੇ ਕੌਣ ਨੇ। SIT ਬਣੇਗੀ, ਨੋ ਡਾਊਟ ਬਣੇਗੀ, ਲੇਕਿਨ ਕੀ ਉਹ ਇੰਨੇ ਦਲੇਰ, ਇਮਾਨਦਾਰ ਤੇ ਬੇਖੌਫ ਅਫਸਰ ਹੋਣਗੇ? ਬਿਲਕੁਲ। ਕੀ ਉਹ ਵਾਕਿਆ ਹੀ ਇਸ ਨਿਜ਼ਾਮ ਤੋਂ ਵੱਖਰੀ ਸੋਚ ਰੱਖਣ ਵਾਲੇ ਜਾਂ ਇਸ ਨਿਜ਼ਾਮ ਨੂੰ ਵਾਕਿਆ ਹੀ ਇਨਸਾਫ ਦੇਣ ਵਾਲੇ ਲੋਕ ਹੋਣਗੇ? ਕੀ ਏਡੀ ਵੱਡੀ ਪੁਲਿਸ ਫੋਰਸ ਦੇ ਵਿੱਚ ਕੋਈ 3 ਜਾਂਬਾਜ਼ ਮਿਲਣਗੇ? ਇਹ ਸਵਾਲ ਆ। ਜਿਹੜੇ ਗੁਰੂ ਨਾਲ ਸੰਬੰਧਿਤ ਬੇਹੁਰਮਤੀ ਦੀਆਂ ਘਟਨਾਵਾਂ ਤੋਂ ਬਾਅਦ ਦੇ ਘਟਨਾਕ੍ਰਮ ਨੂੰ ਅਸਲੀ ਸੱਚ ਦੇ ਰੂਪ ਚ ਲੈ ਕੇ ਆਉਣਗੇ ਤੇ ਤਾਕਤਵਰ ਤੋਂ ਤਾਕਤਵਰ ਦੋਸ਼ੀ ਜਿਨ੍ਹਾਂ ਨੇ ਇਸ ਮੌਕੇ ਤੇ ਚਿਹਰਾ ਬਣ ਕੇ ਇਹ ਸਭ ਕੌਤਕ ਵਰਤਾਏ, ਜਿਨ੍ਹਾਂ ਨੇ ਮੂਕ ਦਰਸ਼ਕ ਹੋ ਕੇ ਦੇਖਿਆ, ਉਹ ਪਲੱਸ ਜਿਨ੍ਹਾਂ ਨੇ ਉਸ ਵੇਲੇ ਵੀ ਤਮਾਸ਼ਬੀਨੀ ਕੀਤੀ ਔਰ ਅੱਜ ਵੀ ਕਰ ਰਹੇ ਨੇ। ਇਹਦੇ ਚ ਕੋਈ ਦੋਰਾਵਾ ਨਹੀਂ ਕਿ ਜਿੰਨਾ ਚਿਰ ਇਨਸਾਫ ਨਹੀਂ ਹੁੰਦਾ ਘਟਨਾਵਾਂ ਘੁੰਮਦੀਆਂ ਰਹਿਣਗੀਆਂ ਤੇ ਕੁਦਰਤੀ ਇਨਸਾਫ ਚ ਦੇਰੀ ਜ਼ਰੂਰ ਹੁੰਦੀ, ਹੋ ਜਾਂਦਾ ਹੈ। ਬਹੁਤ ਮਿਹਰਬਾਨੀ।